जय मसीह दी प्रेज लॉर्ड हालेलुया हालेलुया। प्यारे यीशु मसीह ਦਾ ਧੰਨਵਾਦ ਕਰਦੀ ਹਾਂ ਜਿੰਦਾ ਪਰਮੇਸ਼ਰ ਟੈਸਟਮਨੀ ਚ ਮੈਂ ਤੁਹਾਨੂੰ ਵੈਲਕਮ ਕਰਦੀ ਹਾਂ। ਆਮੀਨ। खुश रवो और सुखी रवो जीसस ने आमेन। मैं बहुत खुश हाँ, बहुत ही हैप्पी हाँ कि बाहर हुण बारिश शुरू हो गई है, पर थैंक्स गॉड मैं जल्दी जल्दी बुकिंग करके आ गई हाँ, एक्सरसाइज करके आ गई हाँ और प्रभु यीशु का धन्यवाद करदी हाँ कि अज दे ब्यूटीफुल दिन का और साडियां जिंदगियां विच परमेश्वर वीकेंड ते बहुत प्यारा दिन रहा, इन्ना प्यारा। खास करके मेरी बेटी आई हुई सी फ्राइडे 2 ਮਹੀਨਿਆਂ ਦੇ ਬਾਅਦ। ਤੁਹਾਨੂੰ ਮੈਂ ਪਹਿਲੀ ਵਾਲੀ ਵੀਡੀਓ 'ਚ ਦੱਸ ਚੁੱਕੀ ਸੀ ਕਿ ਸਾਡੇ ਘਰ 'ਚ ਇੰਨੀ ਜਨਵਰੀ ਦੇ ਵਿੱਚ ਕਰੋਨਾ ਬਹੁਤ ਫੈਲ ਗਿਆ ਸੀ ਓਲਡ ਫੈਮਿਲੀ 'ਚ। ਪ੍ਰਭੂ ਯਿਸੂ ਨੇ ਸਾਨੂੰ ਹੀਲ ਕੀਤਾ ਔਰ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਦਿਨ ਦੇ ਲਈ ਕਿ ਵੀਕਐਂਡ ਤੇ ਮੇਰੇ ਘਰ 'ਚ ਬੜੀ ਖੁਸ਼ੀ ਰੌਣਕ, ਬੱਚਿਆਂ ਦੀ ਰੌਣਕ ਸੀ। 2 ਡਾਟਰ ਆਈ ਹੋਈ ਸੀ, ਗ੍ਰੈਂਡ ਚਿਲਡਰਨ ਆਏ ਹੋਏ ਸੀ, ਬੇਟਾ ਤੇ ਬਹੂ ਪਹਿਲੇ ਹੀ ਮੇਰੇ ਨਾਲ ਰਹਿੰਦੇ ਨੇ। ਪਰ ਬੜਾ ਇੰਜੋਏ ਔਰ ਬੜਾ ਆਨੰਦ ਮਾਣਿਆ। ਪਰਮੇਸ਼ਰ ਦੇ ਧੰਨਵਾਦ ਕਰਦੀ ਹਾਂ ਕਿ ਅੱਜ ਵੀ ਉਹਨਾਂ ਨੇ ਬਿਊਟੀਫੁਲ ਦਿਨ ਦਿੱਤਾ ਹੈ। ਬਾਰਿਸ਼ ਹੈਗੀ ਹੈ ਬਾਹਰ, ਪਰ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਕਿ ਤੰਦਰੁਸਤ ਹੈਗੇ ਆ। ਔਰ ਦੇਖੋ ਬਾਹਰ ਇੱਕ ਬਿਮਾਰੀਆਂ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕ ਜੋ ਬਿਮਾਰ ਨੇ, ਰੈਸਟ ਉਹਨਾਂ ਕੋਲ ਪ੍ਰੋਬਲਮ ਹੈ ਕਿ ਉਹਨਾਂ ਕੋਲ ਬਿਮਾਰੀਆਂ ਦੀ ਵਜ੍ਹਾ ਤੋਂ ਪ੍ਰੋਪਰ ਰੈਸਟ ਵੀ ਨਹੀਂ ਕਰ ਸਕਦੇ, ਤਕਲੀਫ ਵਿੱਚ ਹੈਗੇ ਨੇ। ਸਾਨੂੰ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਇਸ ਲਈ ਵੀ ਕਰਨਾ ਚਾਹੀਦਾ ਕਿ ਦੇਖੋ ਅਸੀਂ ਪਰਮੇਸ਼ਰ ਦੇ ਨਾਮ 'ਚ ਬਾਹਰ ਤੁਰ ਫਿਰ ਵੀ ਜਾਂਦੇ ਹਾਂ, ਆਉਂਦੇ ਹਾਂ, ਖਾਣਾ ਵੀ ਸਹੀ ਟਾਈਮ ਸਿਰ ਖਾਂਦੇ ਹਾਂ ਔਰ ਤੰਦਰੁਸਤ ਵੀ ਹੈਗੇ ਹਾਂ, ਹੈਪੀ ਵੀ ਹੈਗੇ ਹਾਂ। ਔਰ ਪ੍ਰਭੂ ਯਿਸੂ ਦੇ ਜਲਾਲ ਦੇ ਲਈ, ਮਹਿਮਾ ਦੇ ਲਈ ਸ਼ੁਕਰੀਆ ਕਰਨਾ ਚਾਹੀਦਾ। ਆਮੀਨ। ਮੈਂ ਪ੍ਰਭੂ ਦਾ ਸ਼ੁਕਰੀਆ ਹਰ ਵਕਤ, ਹਰ ਰੋਜ਼, ਹਰ ਟਾਈਮ, ਹਰ ਪਲ ਕਰਦੀ ਹਾਂ ਕਿਉਂਕਿ ਸਾਨੂੰ ਪਤਾ ਨਹੀਂ ਕਿ ਕਿਹੜੀ ਟੈਂਪਟੇਸ਼ਨ 'ਚ ਅਸੀਂ ਫਸ ਜਾਈਏ। ਤੇ ਜੇ ਅਸੀਂ ਪਰਮੇਸ਼ਰ ਦਾ ਧੰਨਵਾਦ ਉਹਦੇ ਭਰੋਸੇ ਤੇ ਰਹਿੰਦੇ ਹਾਂ, ਸਾਨੂੰ ਇਕੱਲਾ ਨਹੀਂ ਛੱਡਦੇ। ਔਰ ਪਰਮੇਸ਼ਰ ਦਾ ਹੱਥ ਦੇ ਵਿੱਚ ਇੰਨੀ ਤਾਕਤ ਔਰ ਇੰਨੀ ਸ਼ਕਤੀ ਹੈ ਕਿ ਉਹ ਸਾਨੂੰ ਸ਼ਰਮਿੰਦਾ ਔਰ ਲੱਜਾਵਾਨ ਵੀ ਨਹੀਂ ਹੋਣ ਦਿੰਦੇ। ਆਮੀਨ। ਅਗਰ ਤੁਹਾਡੇ ਕੋਲ ਕੋਈ ਸ਼ਿਕਾਇਤ ਹੈ ਕਿਸੇ ਫੈਮਿਲੀ ਦੇ ਲਈ, ਜਾਂ ਕੋਈ ਕੰਮ ਤੇ ਤੁਹਾਨੂੰ ਪ੍ਰੋਬਲਮ ਹੋ ਰਹੀ ਹੈ, ਜਾਂ ਕਿਤੇ ਵੀ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਹੋ ਰਹੀ ਹੈ, ਜਾਂ ਤੁਹਾਡੇ ਕੋਲ ਕੋਈ ਬੈਡ ਟੈਂਪਟੇਸ਼ਨ ਹੈਗਾ, ਬਸ ਕੀਪ ਕੁਆਇਟ, ਪ੍ਰੇ 'ਚ ਇੰਨੀ ਸ਼ਕਤੀ, ਇੰਨੀ ਤਾਕਤ ਹੈਗੀ ਹੈ ਕਿ ਪ੍ਰੇ ਦੀ ਜਿਹੜੀ ਤਲਵਾਰ ਹੈ ਨਾ, ਉਹ ਹਰ ਬੁਰਾਈ ਨੂੰ ਕੱਟ ਕੇ ਖਤਮ ਕਰ ਦਿੰਦੀ ਹੈ। ਆਮੀਨ। ਔਰ ਜਿੰਦਾ ਪਰਮੇਸ਼ਰ ਦਾ ਜੋ ਬਲੱਡ ਹੈਗਾ ਉਹ ਸਾਡੇ ਜਿਸਮਾਂ ਨੂੰ, ਸਾਡੀਆਂ ਬਿਮਾਰੀਆਂ ਨੂੰ, ਸਾਡੀਆਂ ਤਕਲੀਫਾਂ ਨੂੰ, ਸਾਡੇ ਡਿਪਰੈਸ਼ਨ ਨੂੰ, ਸਾਡੇ ਹੋਰ ਵੀ ਜੋ ਟੈਂਪਟੇਸ਼ਨ ਹੁੰਦੇ ਆ, ਕਲੀਨਸ ਕਰਦੀ ਹੈ। ਆਮੀਨ। ਜੋ ਚੀਜ਼ ਮੇਰੀ ਲਾਈਫ ਦੇ ਵਿੱਚ ਐਕਸਪੀਰੀਅੰਸ ਹੁੰਦਾ ਉਹ ਮੈਂ ਕੌਮ ਦੀ ਐਕਸਪੀਰੀਅੰਸ ਲਈ ਪ੍ਰਾਰਥਨਾ ਉਸ ਟਾਈਮ 'ਤੇ ਕਰਦੀ ਹਾਂ ਕਿਉਂਕਿ ਮੈਂ ਕਾਫੀ ਟੈਂਪਟੇਸ਼ਨ 'ਚੋਂ ਬਾਹਰ ਨਿਕਲ ਚੁੱਕੀ ਹਾਂ। ਮੇਰੇ ਯਿਸੂ ਮਸੀਹ ਨੇ ਆਪਣਾ ਹੱਥ ਵਧਾ ਕੇ ਮੈਨੂੰ ਹਰ ਖਤਰਿਆਂ ਤੋਂ, ਹਰ ਬਿਮਾਰੀਆਂ ਤੋਂ ਬਚਾਇਆ ਹੈ। ਔਰ ਪਰਮੇਸ਼ਰ ਦਾ ਮੈਂ ਧੰਨਵਾਦ ਇਹ ਵੀ ਕਰਦੀ ਹਾਂ ਕਿ ਜੋ ਕੁਛ ਸਾਲਾਂ ਦੇ ਵਿੱਚ ਮੇਰੀ ਬੇਟੀ ਦੀ ਡਿਵੋਰਸ ਹੋਈ ਸੀ, ਨਰਿੰਦਰ ਦੀ, ਤੇ ਕਾਫੀ ਡਿਪਰੈਸ਼ਨ ਸੀ ਔਰ ਕਾਫੀ ਪ੍ਰੋਬਲਮ ਆ ਰਹੀ ਸੀ ਫੈਮਿਲੀ ਦੇ ਵਿੱਚ। ਔਰ ਪ੍ਰਭੂ ਯਿਸੂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮੈਨੂੰ, ਪਰਮੇਸ਼ਰ ਨੇ ਜੀਵਤ, ਪਰਮੇਸ਼ਰ ਨੇ ਮੈਨੂੰ ਪੀਸ ਔਰ ਸ਼ਾਂਤੀ ਔਰ ਜੋਏ ਦਿੱਤਾ ਹੈ। ਆਮੀਨ। ਕਿਉਂਕਿ ਅਗਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਬਿਮਾਰੀ ਹੋਵੇ, ਜਾਂ ਕੋਈ ਖਿਆਲ ਹੋਵੇ, ਜਾਂ ਕੋਈ ਟਰਬਲ ਹੋਏ, ਤੁਹਾਡੇ ਕੋਲ ਪੀਸ ਨਹੀਂ ਹੁੰਦਾ। ਤੇ ਪੀਸ ਸਿਰਫ ਪਰਮੇਸ਼ਰ ਯਿਸੂ ਮਸੀਹ ਦੇ ਨਾਮ 'ਚ ਹੀ ਸਾਨੂੰ ਮਿਲਦਾ ਹੈ। ਤੇ ਜੇ ਉਸ ਟਾਈਮ ਤੇ ਤੁਸੀਂ ਘਬਰਾ ਰਹੇ ਹੋ ਤੇ ਇੱਕੋ ਹੀ ਚੀਜ਼ ਆਪਣੀ ਜ਼ੁਬਾਨ ਤੇ ਰੱਖੋ ਕਿ ਪਰਮੇਸ਼ਰ ਮੈਨੂੰ ਪੀਸ ਦਿਓ ਔਰ ਮੈਨੂੰ ਰੋਸ਼ਨੀ ਦੀ ਰਾਹ ਦਿਖਾਓ ਤਾਂ ਕਿ ਮੈਂ ਤੁਹਾਨੂੰ ਸਰਵ ਕਰ ਸਕਾਂ, ਮੈਂ ਤੁਹਾਡੇ ਨਾਂ ਨੂੰ ਜਲਾਲ ਦੇ ਸਕਾਂ, ਮੈਂ ਤੁਹਾਡੇ ਨਾਂ ਦੀ ਅਗਵਾਈ ਦੇ ਸਕਾਂ। ਇਨ ਜੀਸਸ ਨੇਮ ਆਮੀਨ। ਮੈਂ ਹੁਣ ਪ੍ਰਾਰਥਨਾ ਕਰਦੀ ਹਾਂ, ਫਿਰ ਤੁਹਾਡੀਆਂ ਜ਼ਿੰਦਗੀਆਂ 'ਚ ਵਚਨਾਂ ਨੂੰ ਰਿਲੀਜ਼ ਕਰਦੀ ਹਾਂ। ਜੀਸਸ ਨੇਮ ਆਮੀਨ। ਹੈਵਲੀ ਫਾਦਰ, ਮੈਂ ਧੰਨਵਾਦ ਕਰਦੀ ਹਾਂ, ਤੇਰਾ ਸ਼ੁਕਰਗੁਜ਼ਾਰ ਕਰਦੀ ਹਾਂ। ਤੇਰੀ ਮਹਿਮਾ ਹੋ, ਤੇਰੀ ਸਤੁਤੀ ਹੋ, ਤੇਰੀ ਵਡਿਆਈ ਹੋ। ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ, ਜੋ ਕੁਛ ਮੇਰੇ ਅੰਦਰ ਹੈ, ਮੇਰੇ ਜਿੰਦਾ ਪਰਮੇਸ਼ਰ ਯਿਸੂ ਮਸੀਹ ਦੇ ਨਾਂ ਨੂੰ ਮੁਬਾਰਕ ਆਖ। ਆਮੀਨ। ਪਿਆਰੇ ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਤੁਹਾਡੀ ਬਾਸ਼ੀ ਸਵਰਗਾ ਵਿੱਚ ਪੂਰੀ ਹੁੰਦੀ, ਤੁਹਾਡੀ ਬਾਸ਼ੀ ਹਰ ਕੌਮ 'ਚ, ਹਰ ਜਾਤੀ 'ਚ, ਹਰ ਜ਼ਬਾਨ 'ਤੇ ਪੂਰੀ ਹੋ। ਜੀਸਸ ਨੇਮ ਆਮੀਨ। ਪਿਆਰੇ ਪਿਤਾ ਜੀ, ਤੁਹਾਡਾ ਨਾਂ ਪੱਕਾ ਮੰਨਿਆ ਜਾਏ, ਤੁਹਾਡਾ ਰਾਜ ਪੂਰੀ ਦੁਨੀਆ 'ਤੇ ਆਏ। ਸਾਨੂੰ ਰੋਜ਼ ਦੀ ਰੋਟੀ ਰੋਜ਼ ਸਾਨੂੰ ਦਿਓ। ਸਾਡੇ ਕਸੂਰ, ਸਾਡੇ ਕਰਜ਼ ਸਾਨੂੰ ਮਾਫ ਕਰੋ ਤਾਂ ਅਸੀਂ ਆਪਣੇ ਕਸੂਰਦਾਰਾਂ ਨੂੰ, ਆਪਣੇ ਕਰਜ਼ਦਾਰਾਂ ਨੂੰ ਮਾਫ ਕਰੀਏ। ਪਿਆਰੇ ਪਿਤਾ ਜੀ, ਸਾਨੂੰ ਅਜਮਾਇਸ਼ 'ਚ ਨਾ ਪਾਣਾ, ਸਾਨੂੰ ਹਰ ਬੁਰਾਈ ਤੋਂ ਬਚਾਉਣਾ, ਸਾਨੂੰ ਸਾਰੀ ਪਰਿਵਾਰ ਨੂੰ ਹਿਊਮਨ ਸਪਿਰਿਟ ਤੋਂ, ਦੁਸ਼ਮਣਾਂ ਤੋਂ ਪ੍ਰੋਟੈਕਸ਼ਨ ਕਰਨਾ। ਇਨ ਜੀਸਸ ਨੇਮ ਆਮੀਨ। ਪੂਰੇ ਕੌਮ 'ਚ ਪਿਤਾ ਜੀ ਜੋ ਕਲੀਸਿਆ ਖਿੰਡਰ ਗਈ ਹੈ, ਜੋ ਭੈਣਾਂ ਭਰਾ ਨੇਚਰ 'ਚ, ਵੀਕ 'ਚ ਕਮਜ਼ੋਰ ਹੈ, ਪਿਤਾ ਜੀ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਗ੍ਰੈਂਡ ਚਿਲਡਰਨ, ਉਹਨਾਂ ਦੀਆਂ ਫੈਮਲੀਆਂ ਨੂੰ ਜੀਵਤ ਪਰਮੇਸ਼ਰ ਯਿਸੂ ਦੇ ਪਾਕ ਲਹੂ 'ਚ, ਪਵਿੱਤਰ ਖੂਨ 'ਚ ਪਾਣੀਆਂ। ਇਨ ਜੀਸਸ ਨੇਮ ਆਮੀਨ। ਪਿਤਾ ਜੀ, ਜੋ ਵੀ ਮੇਰੇ ਮਸੀਹ ਭੈਣ ਭਰਾ, ਅਨਬਲੀਵਰ ਭੈਣ ਭਰਾ ਜੋ ਵੀਡੀਓ
ਜਿੰਦਾ ਪਰਮੇਸ਼ਰ ਟੈਸਟਮਨੀ ਦੇਖਦੇ ਨੇ ਟੈਲੀ ਤੇ YouTube ਤੇ ਦੇਖਦੇ ਨੇ ਪਿਤਾ ਜੀ ਉਹਨਾਂ ਦੇ ਘਰਾਂ 'ਚ ਮੈਂ ਤੇਰੀ ਲਾਈਟ ਤੇਰੀ ਪੀਸ ਤੇਰੀ ਬਰਕਤ ਨੂੰ ਰਿਲੀਜ਼ ਕਰਦੀਆਂ ਜੀਸਸ ਨੇਮ ਆਮੇਨ। ਅਗਰ ਪਿਤਾ ਜੀ ਉਹਨਾਂ ਦੇ ਘਰ 'ਚ ਕੋਈ ਵੀ ਟੈਂਪਟੇਸ਼ਨ ਹੈ ਜਾਂ ਉਹਨਾਂ ਦੀ ਰੋਜ਼ੀ ਰੋਟੀ 'ਚ ਪ੍ਰੋਬਲਮ ਹੈ ਜਾਂ ਪਿਤਾ ਜੀ ਉਹਨਾਂ ਦੀ ਜੋਬ 'ਚ ਕੋਈ ਪ੍ਰੋਬਲਮ ਹੈ ਜਾਂ ਉਹਨਾਂ ਦੇ ਘਰ 'ਚ ਕੋਈ ਸਿਕਨੈਸ ਹੈ ਜੀਵਤ ਪਰਮੇਸ਼ਰ ਯਿਸੂ ਦੀ ਪੀਸ ਔਰ ਲਾਈਟ ਉਹਨਾਂ ਦੇ ਘਰਾਂ 'ਚ ਰਿਲੀਜ਼ ਕਰਦੀਆਂ ਇਨ ਜੀਸਸ ਨੇਮ ਆਮੇਨ। ਪਿਤਾ ਜੀ ਉਹਨਾਂ ਦੀਆਂ ਸਾਰੀਆਂ ਫਿਕਰਾਂ ਸਾਰੀਆਂ ਚਿੰਤਾ ਜੀਵਤ ਪਰਮੇਸ਼ਰ ਯਿਸੂ ਦੇ ਨਾਂ 'ਚ ਤੁਹਾਡੇ ਹੱਥਾਂ 'ਚ ਉਠਾਉਂਦੀਆਂ ਇਨ ਜੀਸਸ ਨੇਮ ਆਮੇਨ। ਪਿਤਾ ਜੀ ਉਹਨਾਂ ਦੀਆਂ ਫਿਕਰਾਂ ਤੁਹਾਡੇ ਹੱਥਾਂ 'ਚ ਉਠਾਉਂਦੀਆਂ ਤੁਹਾਡਾ ਜੁੱਲਾ ਤੁਹਾਡਾ ਆਰਾਮ ਤੁਹਾਡਾ ਪੀਸ ਉਹਨਾਂ ਦੇ ਉੱਪਰ ਪਾ ਦੇਣੀਆਂ ਇਨ ਜੀਸਸ ਨੇਮ ਆਮੇਨ। ਕਿਉਂਕਿ ਪਿਤਾ ਤੁਸੀਂ ਕਿਹਾ ਭਾਰ ਥੱਲੇ ਦੱਬੇ ਹੋਏ ਥੱਕੇ ਹੋ ਮੇਰੇ ਕੋਲ ਆਵੋ ਮੈਂ ਤੁਹਾਨੂੰ ਆਰਾਮ ਦਾਂ ਇਨ ਜੀਸਸ ਨੇਮ ਆਮੇਨ। ਪਿਤਾ ਜੀ ਪੂਰੇ ਕੌਮ 'ਚ ਜੋ ਬਿਮਾਰੀ ਖਿੰਡਰ ਗਈ ਹੈ ਉਹ ਬਿਮਾਰੀ ਨੂੰ ਪਿਤਾ ਜੀ ਤੁਸੀਂ ਹੀ ਠੀਕ ਕਰ ਸਕਦੇ ਹੋ ਤੁਸੀਂ ਸਟਾਪ ਕਰ ਸਕਦੇ ਹੋ। ਪਿਤਾ ਜੀ ਆਪਣੀ ਹੈਵਨ ਦੇ ਵਿੱਚੋਂ ਆਪਣੀ ਹੋਲੀ ਅੱਗ ਦੀ ਫੇਅਰ ਨੂੰ ਰਿਲੀਜ਼ ਕਰੋ ਔਰ ਜਿੱਥੇ ਵੀ ਲੋਕਾਂ ਦੇ ਬ੍ਰੇਨ ਵਾਸ਼ ਨੇ ਜਾਂ ਜਾਦੂ ਟੋਣੇ ਨਾਲ ਪੀੜਿਤ ਨੇ ਬਿਮਾਰ ਨੇ ਉਹ ਸਾਰੀਆਂ ਅੱਗ ਦੀ ਫੇਅਰ ਨਾਲ ਜਲ ਕੇ ਬਿਮਾਰੀਆਂ ਸਿਕਨਸ ਬਲੈਕ ਮੈਜਿਕ ਦੀਆਂ ਸ਼ਕਤੀਆਂ ਬ੍ਰੇਨ ਵਾਸ਼ ਦੀਆਂ ਸ਼ਕਤੀਆਂ ਚੁਗਲੀ ਦੀਆਂ ਸ਼ਕਤੀਆਂ ਜੈਲਸ ਦੀਆਂ ਸ਼ਕਤੀਆਂ ਹੰਕਾਰ ਦੀਆਂ ਸ਼ਕਤੀਆਂ ਜਿੱਦ ਦੀਆਂ ਸ਼ਕਤੀਆਂ ਪ੍ਰਾਈਡ ਦੀਆਂ ਸ਼ਕਤੀਆਂ ਔਰ ਜੋ ਲੋਕਾਂ ਦੇ ਨੁਕਸਾਨ ਕਰਨ ਵਾਸਤੇ ਲੋਕੀ ਦੂਸਰੇ ਲਈ ਜਾਲ ਪਸੰਦ ਨੇ ਸਾਰੀਆਂ ਸ਼ਕਤੀਆਂ ਜਿੰਦਾ ਬਾਪ ਯਹੋਵਾ ਦੇ ਪਾਕ ਲਹੂ 'ਚ ਜਲ ਕੇ ਰਾਖ ਹੋ ਜਾਣ ਇਨ ਜੀਸਸ ਨੇਮ ਆਮੇਨ। ਹੈਵਨਲੀ ਫਾਦਰ ਮੈਂ ਤੇਰਾ ਧੰਨਵਾਦ ਕਰਦੀ ਹਾਂ ਤੇਰੀ ਮਹਿਮਾ ਹੋ ਤੇਰੀ ਸਤੁਤੀ ਹੋ ਤੇਰੀ ਵਡਿਆਈ ਹੋ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਧੰਨਵਾਦ 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 ਤੇਰੀ ਮਹਿਮਾ ਹੋ ਪਿਤਾ ਤੇਰੀ ਸ਼ੁਕਰੀਆ ਤੇਰਾ ਸ਼ੁਕਰੀਆ ਤੇਰਾ ਸ਼ੁਕਰੀਆ ਤੇਰੀ ਮਹਿਮਾ ਪਿਤਾ ਪਰਮੇਸ਼ਰ ਤੇਰੇ ਤੋਂ ਸਿਵਾ ਸਾਨੂੰ ਕਿਤੋਂ ਮੁਕਤੀ ਨਹੀਂ ਮਿਲੀ ਸੀ ਤੇਰੇ ਤੋਂ ਸਿਵਾ ਸਾਡੀ ਕੋਈ ਮਦਦ ਨਹੀਂ ਕਰਦਾ ਸੀ। ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਇੰਨੀ ਮਦਦ ਕੀਤੀ ਤੁਹਾਨੂੰ ਤੁਸੀਂ ਸਾਨੂੰ ਇੰਨੇ ਖਤਰੇ ਤੋਂ ਖਤਰਨਾਕ ਬਿਮਾਰੀਆਂ ਤੋਂ ਚਿੱਕੜ ਤੋਂ ਬਚਾਇਆ ਪਿਤਾ ਮੈਂ ਤੇਰਾ ਸ਼ੁਕਰਗੁਜ਼ਾਰ ਕਰਦੀ ਹਾਂ ਜੀਸਸ ਨੇਮ ਆਮੇਨ। ਔਰ ਮੇਰੇ ਭੈਣ ਔਰ ਭਰਾਵੋ ਮੈਂ ਇਹੀ ਤੁਹਾਨੂੰ ਦੱਸੂਗੀ ਕਿ ਜੀਵਤ ਪਰਮੇਸ਼ਰ ਲਾਈਫ ਹੈ ਗੋਡ ਹੈ ਜਿਵੇਂ ਸਾਡੀ ਬੋਡੀ ਵਿੱਚ ਫਲੈਸ਼ ਹੈ ਪਰਮੇਸ਼ਰ ਜਿੰਦਾ ਪਰਮੇਸ਼ਰ ਲਾਈਫ ਗੋਡ ਹੈ ਉਹਨਾਂ ਦੀਆਂ ਸਾਹਾਂ 'ਚੋਂ ਜੋ ਸਪਿਰਿਟ ਨਿਕਲਦੀ ਹੈ ਜੋ ਸਾਹ ਉਹ ਦਿੰਦੇ ਆ ਸਾਨੂੰ ਰੋਜ਼ ਦੇ ਉਹ ਸਾਨੂੰ ਜੀਵਤ ਰੱਖਦੇ ਆ ਤਾਂ ਕਿ ਸਾਨੂੰ ਕਦੀ ਵੀ ਕਿਸੇ ਵੀ ਕੋਲ ਡਰਨਾ ਨਹੀਂ ਚਾਹੀਦਾ ਕਦੀ ਵੀ ਘਬਰਾਉਣਾ ਨਹੀਂ ਚਾਹੀਦਾ। ਸਾਡੇ ਕੋਲ ਐਸੀ ਕੋਈ ਵੀ ਚੀਜ਼ ਨਹੀਂ ਜਿਹੜੀ ਸਾਨੂੰ ਗਿਰਾ ਸਕੇ ਜਾਂ ਸਾਨੂੰ ਹਰਾ ਸਕੇ। ਪਰਮੇਸ਼ਰ ਕਹਿੰਦਾ ਹੈ ਯਿਸੂ ਮਸੀਹ ਬਾਈਬਲ ਦੇ ਵਿੱਚ ਕਹਿੰਦੇ ਹੈ ਕਿ ਜੇ ਕੋਈ ਤੁਸੀਂ ਜ਼ਹਿਰ ਵਾਲੀ ਚੀਜ਼ ਖਾ ਲਓ ਜਾਂ ਤੁਹਾਨੂੰ ਕੋਈ ਜਾਣ ਬੁੱਝ ਕੇ ਖਿਲਾ ਦੇ ਅਗਰ ਤੁਹਾਡੇ ਕੋਲ ਮਸਟਰਡ ਜਿੰਨਾ ਵੀ ਵਿਸ਼ਵਾਸ ਹੈਗਾ ਤੇ ਤੁਹਾਨੂੰ ਉਹ ਤੁਹਾਡੀ ਚੀਜ਼ ਦਾ ਨੁਕਸਾਨ ਤੁਹਾਡੇ ਜਿਸਮ ਦੇ ਅੰਗ ਦੀ ਬੋਡੀ ਦਾ ਨੁਕਸਾਨ ਨਹੀਂ ਕਰੇਗੀ ਇਨ ਜੀਸਸ ਨੇਮ ਆਮੇਨ। ਮੈਂ ਮੈਂਬਰ ਹੈਗੀ ਹਾਂ ਕਿ ਜਦੋਂ ਵੀ ਮੈਂ ਜਰੂਸਲਮ ਦੇ ਵਿੱਚ ਜਾਂਦੀ ਹਾਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਪਿਛਲੇ ਸਾਲ ਮੈਂ ਜਰੂਸਲਮ 'ਚ ਨਹੀਂ ਗਈ ਆਈ ਫੀਲ ਸੋ ਗਿਲਟੀ ਕਿਉਂਕਿ ਮੇਰੇ ਪਰਮੇਸ਼ਰ ਨੂੰ ਮੈਂ ਕਹਿ ਕੇ ਆਈ ਸੀ ਪਿਛਲੇ ਸਾਲ ਕਿ ਪਿਛਲੇ ਸਾਲ ਕਹਿ ਕੇ ਆਈ ਸੀ ਕਿ ਪਰਮੇਸ਼ਰ ਪਿਛਲੇ ਸਾਲ ਮੈਂ ਹੁਣ ਉਦੋਂ ਹੀ ਆਵਾਂਗੀ ਕਿ ਜਦੋਂ ਤੁਸੀਂ ਮੇਰੀ ਜ਼ਿੰਦਗੀ 'ਚ ਬਹੁਤ ਵੱਡੇ ਮੈਰੀਕਲ ਕਰੋਗੇ ਤੇ ਲਾਸਟ ਏਅਰ 'ਚ ਮੇਰੀ ਜ਼ਿੰਦਗੀ 'ਚ ਬਹੁਤ ਵੱਡੇ ਮੈਰੀਕਲ ਬਹੁਤ ਹੀ ਮੈਰੀਕਲ ਹੋਏ ਹੈ ਇੰਨੇ ਜ਼ਿਆਦਾ ਮੈਰੀਕਲ ਹੋਏ ਹੈ ਉਹਨਾਂ ਨੂੰ ਮੈਂ ਯੂਜ਼ ਕਰਨਾ ਚਾਹੁੰਦੀ ਹਾਂ ਦੂਸਰੇ ਕੌਮ ਦੇ ਵਿੱਚ ਭੈਣਾਂ ਭਰਾਵਾਂ 'ਚ ਜੋ ਬਿਮਾਰ ਨੇ ਜੋ ਜਾਦੂ ਟੋਣੇ ਨਾਲ ਝਗੜੇ ਨੇ ਜੋ ਬਿਮਾਰੀਆਂ ਨਾਲ ਝਗੜੇ ਨੇ ਉਹ ਪਰਮੇਸ਼ਰ ਨੇ ਮੈਨੂੰ ਗਿਫਟ ਦਿੱਤੇ ਹੈ ਕਿ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਮੈਂ ਉਹਨਾਂ ਦੀ ਮਰਜ਼ੀ ਤੋਂ ਸਿਵਾ ਉਹ ਗਿਫਟ ਯੂਜ਼ ਨਹੀਂ ਕਰ ਸਕਦੀ ਔਰ ਮੈਂ ਜਾਣਾ ਚਾਹੁੰਦੀ ਸੀ ਲਾਸਟ ਏਅਰ ਇਨ ਜਰੂਸਲਮ 'ਚ। ਅਜੇ ਪਰਮੇਸ਼ਰ ਨੇ ਮਦਦ ਕੀਤੀ ਇਸ ਸਾਲ 'ਚ ਸਾਰੇ ਏਅਰਪੋਰਟ ਦੇ ਦਰਵਾਜ਼ੇ ਖੁੱਲ੍ਹ ਗਏ ਜਰੂਸਲਮ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਮੈਂ ਪ੍ਰਭੂ ਦੇ ਘਰ 'ਚ ਚਲੇ ਜਾਣਾ ਹੈ ਅਕਤੂਬਰ ਦੇ ਵਿੱਚ ਜੇ ਪਰਮੇਸ਼ਰ ਦੀ ਮਰਜ਼ੀ ਹੋਏਗੀ ਤਾਂ। ਅਤੇ ਮੈਂ ਉਹ ਵਚਨਾਂ ਨੂੰ ਉਹ ਸੀਡ ਨੂੰ ਪਰਮੇਸ਼ਰ ਦੇ ਵਚਨਾਂ ਨੂੰ ਰਿਲੀਜ਼ ਕਰਨਾ ਚਾਹੁੰਦੀ ਹਾਂ ਜੋ ਮੇਰੇ ਪਿਤਾ ਜਿੰਦਾ ਪਰਮੇਸ਼ਰ ਨੇ ਯਹੋਨਾ ਦੀ ਅੰਜੀਲ 'ਚ ਕਿਹਾ ਯਹੂਦੀਆਂ ਨੂੰ ਫਲੀਸੀਆਂ ਨੂੰ ਕਿ ਜੋ ਮੈਂ ਆਪਣੇ ਪਿਤਾ ਕੋਲ ਸਿੱਖਦਾ ਵਾਂ ਉਹੀ ਮੈਂ ਧਰਤੀ 'ਤੇ ਕਰਨ ਆਇਆ ਵਾਂ। ਅਤੇ ਮੈਂ ਪਰਮੇਸ਼ਰ ਜਿੰਦਾ ਪਰਮੇਸ਼ਰ ਨੂੰ ਕਿਹਾ ਸੀ ਪਿਤਾ ਜੀ ਜੋ ਮੈਂ ਬਾਈਬਲ 'ਚ ਸਿੱਖਦੀ ਹਾਂ ਉਹ ਮੈਂ ਕੌਮ 'ਚ ਰਿਲੀਜ਼ ਕਰਨਾ ਚਾਹੁੰਦੀ ਹਾਂ ਜੋ ਮੈਂ ਆਪਣੇ ਪਿਤਾ ਕੋਲ ਸਿੱਖਿਆ ਧਰਤੀ 'ਤੇ ਆਮੀਨ। ਔਰ ਪਰਮੇਸ਼ਰ ਨੇ ਦੇਖੋ ਸਾਡੇ ਪਾਪਾਂ ਦੇ ਲਈ ਸਾਡੀਆਂ ਬਿਮਾਰੀਆਂ ਦੇ ਲਈ ਸਾਡੇ ਦੁੱਖ ਤਕਲੀਫ ਦੇ ਲਈ ਆਪਣਾ ਇਕਲੌਤਾ ਪਵਿੱਤਰ ਬੇਟਾ ਇਨਸਾਨੀਅਤ ਨਾਤੇ ਦੇ ਵਿੱਚ ਭੇਜਿਆ ਅਰਥ 'ਤੇ। ਉਹਨਾਂ ਦੇ ਉੱਤੇ ਕੋੜਿਆਂ ਦੇ ਨਾਲ ਜ਼ੁਲਮ ਕੀਤਾ ਗਿਆ ਉਹਨਾਂ ਦੇ ਸਿਰ 'ਤੇ ਕੰਡਿਆਂ ਦਾ ਤਾਜ ਪਾਇਆ ਗਿਆ ਉਹਨਾਂ ਦੇ ਹੱਥਾਂ 'ਤੇ ਕਿੱਲ ਠੋਕੇ ਗਏ ਉਹਨਾਂ ਦੇ ਪੈਰਾਂ 'ਚ ਕਿੱਲ ਠੋਕੇ ਗਏ ਉਹਨਾਂ ਦੀ ਵੱਖੀ 'ਚ ਨੇਜਾ ਮਾਰਿਆ ਗਿਆ ਤਾਂ ਕਿ ਖੂਨ ਔਰ ਪਾਣੀ ਨਿਕਲਿਆ।
ਉਹਨਾਂ ਨੇ ਸਾਡੇ ਖਾਤਰ ਇੰਨੇ ਦੁੱਖ ਔਰ ਤਕਲੀਫ ਚਾਏ, ਔਰ ਸਾਡੇ ਅਸੀਂ ਇਸ ਦੁਨੀਆ ਦੇ ਵਿੱਚ ਜੋ ਇਨਸਾਨ ਆ, ਹਿਊਮਨ ਬੀਇੰਗ ਹੈਗੇ ਆ, ਸਾਡੇ ਹੱਥ 'ਚ ਜਰਾ ਕੋ ਸੂਈ ਚੁੱਭ ਜੇ ਜਾਂ ਕੋਈ ਚੀਜ਼ ਚੁੱਭ ਜੇ ਪੈਰ 'ਚ ਜਾਂ ਹੱਥ 'ਚ ਕੋਈ ਕੱਚ ਦਾ ਗਲਾਸ ਦਾ ਟੁਕੜਾ ਵੱਜ ਜੇ, ਕਿੰਨੀ ਸੀ ਕਰਦੇ ਆ, ਦਰਦ ਹੁੰਦਾ ਹੈ, ਤਕਲੀਫ ਹੁੰਦੀ ਏ, ਭੱਜਦੇ ਹਸਪਤਾਲਾਂ 'ਚ ਜਾਂਦੇ ਆ, ਇਲਾਜ ਕਰਾਉਂਦੇ ਆ। ਤੁਸੀਂ ਬਾਈਬਲ 'ਚ ਜੇ ਪੜ੍ਹਿਆ ਹੋਏਗਾ ਤੇ ਪਰਮੇਸ਼ਰ ਦੇ ਜਿੰਦਾ ਪਰਮੇਸ਼ਰ ਦੇ ਹੱਥ 'ਚ ਕਿਲ ਠੋਕੇ ਗਏ ਸੀ, ਉਹਨਾਂ ਨੇ ਸੀ ਨਹੀਂ ਕੀਤੀ ਸੀ। ਉਹ ਕਿੱਲਾਂ ਦਾ ਖੂਨ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਦਾ ਰਿਲੀਜ਼ ਹੋ ਕੇ ਸਾਨੂੰ ਉਹ ਰਸਤਾ ਦਿਖਾਉਂਦਾ ਹੈ। ਫਿਰ ਵੀ ਇਨਸਾਨ ਇੰਨੇ ਜਿੱਦੀ ਹੈਗੇ ਹੈ, ਇੰਨਾ ਜਿੱਦੀ ਹੈਗੇ ਹੈ ਕਿ ਉਹ ਆਪਣਾ ਆਪ ਨਹੀਂ ਬਦਲ ਸਕਦੇ। ਪਰ ਤੁਹਾਨੂੰ ਮੰਗਣਾ ਪੈਣਾ ਹੈ ਕਿ ਮੇਰੇ ਪਰਮੇਸ਼ਰ, ਮੈਂ ਆਪਣੇ ਆਪ ਨੂੰ ਨਹੀਂ ਬਦਲ ਸਕਦਾ ਜਾਂ ਨਹੀਂ ਬਦਲ ਸਕਦੀ, ਪਰਮੇਸ਼ਰ ਮੇਰੀ ਜ਼ਿੰਦਗੀ ਦੇ ਵਿੱਚ ਆਪਣੀ ਮਰਜ਼ੀ ਰਿਲੀਜ਼ ਕਰੋ। ਮੈਨੂੰ ਦੱਸੋ ਪਿਤਾ ਜੀ, ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਦਲ ਸਕਦੀ ਹਾਂ, ਮੇਰੀ ਮਦਦ ਕਰੋ। ਹਮੇਸ਼ਾ ਮਦਦ ਵਾਸਤੇ ਪੁਕਾਰੋ। ਜੇ ਤੁਸੀਂ ਪਰਮੇਸ਼ਰ ਕੋਲੋਂ ਮਦਦ ਵਾਸਤੇ ਪੁਕਾਰੋਗੇ ਤੇ ਉਹ ਤੁਹਾਨੂੰ ਖੁਸ਼ੀ ਦੇਣਗੇ। ਬਾਈਬਲ 'ਚ ਲਿਖਿਆ ਹੈ ਕਿ ਮੇਰੇ ਪਿਤਾ ਕੋਲ ਮੇਰਾ ਨਾਂ ਲੈ ਕੇ ਮੰਗੋਗੇ, ਤੁਹਾਨੂੰ ਉਹ ਖੁੱਲੇ ਦਿਲ ਦੇ ਨਾਲ ਦੇਗਾ। ਜਿੰਦਾ ਪਰਮੇਸ਼ਰ ਯਿਸੂ ਮਸੀਹ ਦੇ ਵਚਨ ਹੈ। ਨਿਊ ਟੈਸਟਮਨੀ ਵਿੱਚ ਮਤੀ ਦੀ ਇੰਜੀਲ ਸਾਰੀ ਬੁੱਕ ਪੜ੍ਹ ਲਓ ਤੇ ਉਹਦੇ 'ਚ ਇਹ ਵਚਨ ਲਿਖੇ ਹੋਏ ਹੈ, ਇਨ ਜੀਸਸ ਨੇਮ, ਆਮੀਨ। ਤੇ ਜੇ ਤੁਸੀਂ ਅਗਰ ਵਿਸ਼ਵਾਸ ਕਰਕੇ ਸ਼ੱਕ ਵਹਿਮ ਕਰਦੇ ਹੋ, ਪ੍ਰਾਰਥਨਾ ਕਰਨ ਤੋਂ ਬਾਅਦ ਵਿਸ਼ਵਾਸ ਨਾਲ ਪ੍ਰਾਰਥਨਾ ਕਰਕੇ ਸ਼ੱਕ ਵਹਿਮ ਕਰਦੇ ਹੋ, ਫਿਰ ਤੁਹਾਡੀ ਪ੍ਰਾਰਥਨਾ ਨਹੀਂ ਮੇਰੇ ਬ੍ਰਦਰ ਔਰ ਸਿਸਟਰ ਨਹੀਂ ਸੁਣੀ ਜਾਏਗੀ। ਜੇ ਤੁਸੀਂ ਦਲੇਰੀ ਨਾਲ, ਸ਼ਕਤੀ ਨਾਲ ਵਿਸ਼ਵਾਸ ਕਰੋਗੇ, ਪਰਮੇਸ਼ਰ ਤੁਹਾਨੂੰ ਡਿੱਗਣ ਤੋਂ ਉਠਾ ਸਕਦਾ ਹੈ। ਅਗਰ ਤੁਸੀਂ ਕਿਸੇ ਡੰਗਾਈ ਖੰਡਰ 'ਚ ਡਿੱਗ ਗਏ, ਪਰਮੇਸ਼ਰ ਆਪਣਾ ਹੱਥ ਪਕੜ ਕੇ, ਆਪਣਾ ਸਵਰਗ 'ਚੋਂ ਹੱਥ ਕਰਕੇ ਤੁਹਾਨੂੰ ਖਿੱਚ ਕੇ ਬਾਹਰ ਕੱਢ ਲੇਗਾ ਡੰਗਾਈਆਂ ਖੰਡਰ 'ਚੋਂ। ਤੁਹਾਨੂੰ ਮੌਤ ਦੀ ਸਰਪਿਲਟ ਤੁਹਾਡੇ ਨੇੜੇ ਨਹੀਂ ਆਏਗੀ। ਪਰ ਤੁਹਾਡੇ ਲਈ ਵਿਸ਼ਵਾਸ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਨੂੰ ਆਈ ਟੈਲਿੰਗ ਮਾਈ ਓਨ ਸੈਲਫ, ਜਦੋਂ ਮੇਰੀ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਨਹੀਂ ਸੀ, ਮੈਂ ਹਰ ਪਲ ਹਰ ਘੜੀ ਰੋਂਦੀ ਰਹਿੰਦੀ ਸੀ। ਔਰ ਹਰ ਪਲ ਹਰ ਘੜੀ ਮੈਂ ਆਪਣੀ ਚਰਚ 'ਚ ਜਾਂਦੀ ਸੀ ਤੇ ਰੋਂਦੀ ਰਹਿੰਦੀ ਸੀ। ਹਰ ਪਲ ਮੈਂ ਆਪਣੇ ਸੈੱਲ ਗਰੁੱਪ ਲੀਡਰ ਦੀ ਮੀਟਿੰਗ 'ਚ ਜਾਂਦੀ ਸੀ ਤੇ ਥਰਸਡੇ ਨੂੰ ਰੋਂਦੀ ਰਹਿੰਦੀ ਸੀ। ਤੇ ਜਦੋਂ ਵੀ ਮੇਰੇ ਕੋਲ ਟੈਂਪਟੇਸ਼ਨ ਆਉਂਦਾ ਸੀ ਤੇ ਮੈਂ ਰੋਂਦੀ ਆਪਣੇ ਸੈੱਲ ਗਰੁੱਪ ਦੇ ਘਰ ਜਾ ਕੇ ਡੋਰ ਨੋਕ ਕਰਨਾ, ਸਿਸਟਰ ਨੋਮਾ, ਸਿਸਟਰ ਮਮ ਕਲੇਰ, ਇਹ ਹੋ ਗਿਆ, ਉਹ ਹੋ ਗਿਆ। ਇੱਕ ਦਿਨ ਸਿਸਟਰ ਨੋਮਾ ਕਹਿੰਦੇ, ਸੁੱਖੀ ਜਦੋਂ ਵੀ ਤੂੰ ਆਨੀ ਏ, ਤੂੰ ਆਪਣਾ ਦੁੱਖ ਲੈ ਕੇ ਮੈਨੂੰ ਦੱਸ ਕੇ ਜਾਣੀ ਤੇ ਚਲੀ ਜਾਣੀ ਪ੍ਰਾਰਥਨਾ ਕਰਾ ਕੇ। ਕਿਉਂਕਿ ਉਹ ਪ੍ਰਾਰਥਨਾ 'ਚ ਇੰਨੀ ਸ਼ਕਤੀ, ਮੈਨੂੰ ਜੋਏ ਮਿਲਦਾ ਸੀ, ਮੈਨੂੰ ਪੀਸ ਮਿਲਦੀ ਸੀ, ਮੈਂ ਘਰ ਆ ਜਾਂਦੀ ਸੀ। ਪਰ ਫਿਰ ਸੇਮ ਦੂਸਰੇ ਦਿਨ ਜਾਂ ਤੀਸਰੇ ਦਿਨ ਸੇਮ ਹੈਪਨ ਹੁੰਦਾ ਸੀ, ਕਿਉਂਕਿ ਮੇਰੇ ਅੰਦਰ ਫੇਥ ਨਹੀਂ ਹੈਗਾ ਸੀ, ਵਿਸ਼ਵਾਸ ਨਹੀਂ ਹੈਗਾ ਸੀ। ਇਸ ਲਈ ਇੰਪੋਰਟੈਂਟ ਹੈ ਕਿ ਜੇ ਤੁਸੀਂ ਵਿਸ਼ਵਾਸੀ ਭੈਣ ਭਰਾ ਹੋ ਤੇ ਤੁਹਾਡੇ ਕੋਲ ਜਿਹੜੇ ਮਸੀਹ ਭੈਣ ਭਰਾ ਨੇ ਨੇਚਰ 'ਚ ਕਮਜ਼ੋਰ ਹੈ, ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਉਹਨਾਂ ਨੂੰ ਦਲੇਰੀ ਦੀ, ਸ਼ਕਤੀ ਦੀ ਆਤਮਾ ਦੇ, ਔਰ ਡਰ ਦੀ ਬਦਲੂ ਨੂੰ ਮੈਂ ਯਿਸੂ ਮਸੀਹ ਦੇ ਨਾਂ ਤੇ ਧਰਤੀ ਤੇ ਬੰਨ੍ਹ ਦਿੰਦੀ ਹਾਂ, ਇਨ ਜੀਸਸ ਨੇਮ, ਆਮੀਨ। ਬੜਾ ਆਨੰਦ ਆਉਂਦਾ ਹੈ ਜਦੋਂ ਮੈਂ ਵਚਨਾਂ ਨੂੰ ਸ਼ੇਅਰ ਕਰਦੀ ਹਾਂ ਪਿਤਾ ਦੀ ਹਜ਼ੂਰੀ ਦੇ ਵਿੱਚ, ਕਿਉਂਕਿ ਮੈਂ ਵੀ ਕਿਸੇ ਟਾਈਮ ਦੂਸਰੇ ਲੋਕਾਂ ਵਾਂਗੂ ਭਟਕੀ ਹੋਈ ਸੀ। ਪਰ ਮੇਰੇ ਪਰਮੇਸ਼ਰ ਨੇ, ਮੇਰੇ ਜਿੰਦਾ ਬਾਪ ਯਹੋਵਾ ਨੇ ਮੈਨੂੰ ਸ਼ਾਂਤੀ, ਜੋਏ ਔਰ ਪੀਸ ਦਿੱਤਾ, ਮਸਾ ਦਿੱਤਾ, ਤਾਂ ਕਿ ਮੈਂ ਪਰਮੇਸ਼ਰ ਦਾ ਜੋਏ ਔਰ ਮਸਾ, ਪੀਸ ਕੌਮ ਦੇ ਵਿੱਚ ਰਿਲੀਜ਼ ਕਰ ਸਕਾਂ। ਕਿਉਂਕਿ ਇਹੀ ਮੇਰੀ ਓਪੀਨੀਅਨ ਹੈ, ਮੇਰੀ ਖਵਾਇਸ਼ ਹੈ। ਖੇਤੀ ਪੱਕ ਗਈ ਹੈ, ਕਾਮੇ ਥੋੜੇ ਨੇ। ਖੇਤੀ ਦੇ ਮਾਲਕ ਕੋਲੋਂ ਪ੍ਰਾਰਥਨਾ ਕਰੋ ਕਿ ਉਹ ਆਪਣੀ ਸੀਡ ਔਰ ਦਾਤਰੀ ਸਵਰਗਾ 'ਚੋਂ ਰਿਲੀਜ਼ ਕਰਕੇ ਤੁਹਾਨੂੰ ਕੌਮ ਵਿੱਚ ਭੇਜੇ। ਜਿੱਥੋਂ ਤੱਕ ਪਰਮੇਸ਼ਰ ਤੁਹਾਨੂੰ ਆਵਾਜ਼ ਨਹੀਂ ਮਾਰਦਾ ਕੌਮ 'ਚ ਭੇਜਣ ਲਈ, ਆਪਣੀ ਮਰਜ਼ੀ ਨਾਲ ਕੌਮ 'ਚ ਨਾ ਚਲੇ ਜਾਣਾ। ਕਿਉਂਕਿ ਪਰਮੇਸ਼ਰ ਕਹਿੰਦਾ ਹੈ ਕਿ ਜਿੱਥੋਂ ਤੱਕ ਤੁਹਾਡੇ ਕੋਲ ਅਥਾਰਟੀ ਨਹੀਂ, ਤੁਹਾਡੇ ਕੋਲ ਕੋਈ ਵਿਸ਼ਵਾਸ, ਕੋਈ ਤਾਕਤ ਨਹੀਂ ਹੈਗੀ, ਤੇ ਘਰ ਬੈਠ ਕੇ ਪ੍ਰਾਰਥਨਾ ਕਰੋ, ਮੰਗੋ, ਪ੍ਰਪੇਅਰ ਕਰੋ, ਤਿਆਰ ਕਰੋ, ਤੇ ਫਿਰ ਆਪਣੀ ਲਾਠੀ ਔਰ ਜੁੱਤੀ ਪਾਓ ਤੇ ਘਰੋਂ ਬਾਹਰ ਨਿਕਲ ਜਾਓ। ਔਰ ਜਿਸ ਘਰ 'ਚ ਜਾਓਗੇ ਉਸੇ ਘਰ 'ਚ ਜੋ ਤੁਹਾਨੂੰ ਉਹ ਖਾਣ ਪੀਣ ਨੂੰ ਦੇਣਗੇ, ਧੰਨਵਾਦ ਕਰਨਾ ਔਰ ਖਾਣਾ। ਅਗਰ ਉਹਨਾਂ ਦੇ ਘਰ 'ਚ ਪਰਮੇਸ਼ਰ ਦੀ ਸ਼ਕਤੀ ਹੈ ਤੇ ਕਹਿਣਾ ਤੁਹਾਡੀ ਪਰਮੇਸ਼ਰ ਦੀ ਸ਼ਾਂਤੀ ਔਰ ਪੀਸ ਤੁਹਾਡੇ ਘਰਾਂ 'ਚ ਹੋਏ, ਇਨ ਜੀਸਸ ਨੇਮ, ਆਮੇਨ। ਅਗਰ ਜੇ ਉਹ ਤੁਹਾਨੂੰ ਇੱਜ਼ਤ ਨਹੀਂ ਕਰਦੇ, ਤੁਹਾਨੂੰ ਵੈਲਕਮ ਨਹੀਂ ਕਰਦੇ, ਤੇ ਉਹਨਾਂ ਦੇ ਘਰ 'ਚ ਦੂਸਰੀ ਜਗ੍ਹਾ ਤੇ ਜਾਣ ਤੋਂ ਪਹਿਲੇ ਆਪਣੇ ਪੈਰਾਂ ਦੀ ਜੁੱਤੀ ਦੀ ਧੂੜ ਛੰਡ ਦੇਣਾ ਜੋ ਉਹਨਾਂ ਦੇ ਘਰ 'ਚ ਲੱਗੀ ਸੀ, ਤਾਂ ਕਿ ਇੱਕ ਤੁਹਾਡੀ ਅਗਵਾਈ ਹੋ ਸਕੇ। ਕਿਉਂਕਿ ਉਹਨਾਂ ਨੇ ਤੁਹਾਨੂੰ ਕਬੂਲ ਨਹੀਂ ਕੀਤਾ। ਉਹਨਾਂ ਨੇ ਕਿਉਂ ਨਹੀਂ ਤੁਹਾਨੂੰ ਕਬੂਲ ਕੀਤਾ? ਕਿ ਉਹਨਾਂ ਦੇ ਦਿਲ ਵਿੱਚ ਪਰਮੇਸ਼ਰ ਦੀ ਆਤਮਾ, ਪਰਮੇਸ਼ਰ ਦਾ ਪਿਆਰ ਨਹੀਂ ਹੈਗਾ, ਇਨ ਜੀਸਸ ਨੇਮ, ਆਮੀਨ। ਹੁਣ ਮੈਂ ਤੁਹਾਡੀ ਜ਼ਿੰਦਗੀ 'ਚ ਵਚਨਾਂ ਨੂੰ ਰਿਲੀਜ਼ ਕਰਨ ਜਾ ਰਹੀ ਹਾਂ, ਔਰ ਤੁਸੀਂ ਇਹ ਵਚਨਾਂ ਨੂੰ ਪਲੀਜ਼ ਜ਼ਰੂਰ ਪੜ੍ਹਨਾ।
ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਦੀ ਬਰਕਤ ਔਰ ਆਤਮਾ ਤੇ ਸ਼ਕਤੀ ਦੇ। ਆਮੀਨ। रोमन की पुस्तक रोमियो चैप्टर 1 वर्स 18 तो लैके 20 वर्स तक मैं तुहानू पढ़ के सुनानी हाँ। इन जीसस नेम आमीन। परमेशर का क्रोध स्वर्गों प्रगट होया। परमेशर सब गलत काम अते पापियां उत्ते गुस्से जो लोकी उस दे विरुद्ध विच करते हैं। इन्हां लोकां कोल सच है पर अपने भयानक करनियां द्वारा सच नूं लुकाउंदे हैं। प्रेज लॉर्ड। परमेशर अपने गुस्सा विखावे क्योंकि जो कोई परमेशर बारे जान सकता है ਉਹ सब कुछ जानते हैं। उस नूं स्पष्ट तौर ते अपने आप नूं लोकां नूं विखाइए कि परमेशर बारे कुछ जिहा ना गल्ला ना करो जो लोकी नहीं वेख सकते। उस दियां सनीपक शक्तियां अते ओह सब चीज़ां हन उसनों परमेशर ने बनाईयां सन। संसार दे अंत वेले तो ओह गल्लां स्पष्ट औखियां हन क्योंकि उस दियां सिरजनहार विच ओह गल्लां स्पष्ट हन। इसलिए लोकी कोल ओह मंदे कम्मां करन लई कोई बहाना नहीं होवे। ਜਿਹੜੇ ਉਹ ਕੋਲ ਉਹਨਾਂ ਮੰਦੇ ਕੰਮਾਂ ਕਰਨ ਲਈ ਕੋਈ ਬਹਾਨਾ ਨਾ ਹੋਵੇ ਜਿਹੜੇ ਉਹ ਕਰਦੇ ਹਨ। ਆਮੀਨ। ਰੋਮੀਓ ਦੀ ਕਿਤਾਬ ਚੈਪਟਰ 1 वर्स 18 ਤੋਂ 20 वर्स तक पढ़ना क्योंकि ਅੱਜ ਮੇਰੀ टैबलेट फोन ਤੇ चार्ज नहीं मैं लगाई ਸੀਗੀ ਤੇ ਬਾਈਬਲ ਦੇ ਬਹੁਤ ਬਰੀਕ ਵਰਸਿਸ ਨੇ। ਮੈਨੂੰ ਮੁਸ਼ਕਲ ਹੋ ਜਾਂਦਾ ਬਾਈਬਲ ਨੂੰ ਪੜ੍ਹਨ ਵਾਸਤੇ ਤਾਂ ਮੈਂ ਟੈਬਲੇਟ ਉੱਤੇ ਵੱਡੇ ਵਰਸ ਨੂੰ ਕਰ ਕੇ ਪੜ੍ਹਦੀ ਹਾਂ। ਤੇ ਤੁਸੀਂ ਰੋਮਨ ਦੀ ਪਹਿਲੀ ਬੁੱਕ ਚੈਪਟਰ और 18 ਤੋਂ 20 वर्स तक पढ़ना ਤੁਹਾਨੂੰ आनंद और खुशी और बरकत मिलेगी। आमीन। और मैं ਤੁਹਾਨੂੰ ਯਿਸੂ ਮਸੀਹ ਦੇ ਨਾਂ 'ਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ 'ਚ ਆਨੰਦ ਔਰ ਬਰਕਤ ਦੇ ਔਰ ਤੁਸੀਂ ਖੁਸ਼ ਨਾਲ ਜੋਏ ਔਰ ਪੀਸ ਨਾਲ ਮਸਾ ਕਰ ਰਵੋ ਔਰ ਬਿਮਾਰੀ 'ਚ ਦੁੱਖ ਤਕਲੀਫ 'ਚ ਪਰਮੇਸ਼ਰ ਨੂੰ ਪੁਕਾਰੋ ਤਾਂ ਕਿ ਉਹ ਤੁਹਾਨੂੰ ਆਪਣੀ ਮਦਦ ਆਪਣੇ ਸ਼ਾਹੀ ਖਜ਼ਾਨੇ 'ਚੋਂ ਭੇਜੇ। ਇਨ ਜੀਸਸ ਨੇਮ ਆਮੇਨ। ਸਾਰੀ ਪ੍ਰਾਰਥਨਾ ਯਿਸੂ ਦੇ ਨਾਂ 'ਚ ਮੰਗਦੀ ਹਾਂ। ਜਿੰਦਾ ਪਰਮੇਸ਼ਰ ਦੇ ਵਿੱਚ ਤੁਹਾਨੂੰ ਜੈ ਮਸੀਹ ਦੀ ਕਹਿੰਦੀ ਹਾਂ। ਜੇ ਪਰਮੇਸ਼ਰ ਦੀ ਮਰਜ਼ੀ ਹੋਗੀ ਤਾਂ ਆਪਾਂ ਫੇਰ ਮਿਲਾਂਗੇ। ਜੈ ਮਸੀਹ ਦੀ। ਗੋਡ ਬਲੈਸ ਯੂ।